ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਪੰਧੇਰ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਕ੍ਰੀਏਟਿਵ ਪੰਧੇਰ ਦਾ ਐਲਕੈਮਿਸਟ। ਸੁਪਨੇ, ਲਕਸ਼, ਖਜ਼ਾਨੇ ਅਤੇ ਕਿਸਮਤ ਦੀ ਇੱਕ ਅਜਿਹੀ ਕਹਾਣੀ, ਇੱਕ ਅਜਿਹੀ ਕਿਤਾਬ ਜੋ ਕਿ ਦੁਨੀਆ ਭਰ ਵਿੱਚ ਮਸ਼ਹੂਰ ਹੈ। ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਨੇ ਇਹ ਕਿਤਾਬ ਜ਼ਰੂਰ ਪੜ੍ਹੀ ਹੋਵੇਗੀ। ਮੈਂ ਇਹ ਕਹਾਣੀ ਤੁਹਾਨੂੰ ਘੱਟੋ ਘੱਟ ਸ਼ਬਦਾਂ ਵਿੱਚ ਸੁਣਾਵਾਂਗਾ। ਮੈਂ ਆਸ ਕਰਦਾ ਕਿ ਤੁਸੀਂ ਵੀਡੀਓ ਪੂਰੀ ਦੇਖੋ ਤੇ ਇਸ ਦਾ ਆਨੰਦ ਮਾਣੋ। ਇੱਕ ਗੱਲ ਹੋਰ, ਅਗਰ ਤੁਸੀਂ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਫੋਲੋ ਕਰੋ, ਕਿਉਂਕਿ ਉਸ ਦੇ ਉੱਤੇ ਅਸੀਂ ਬਿਜ਼ਨਸ ਦੇ ਰਿਲੇਟਡ ਪੋਸਟ ਪਾਉਂਦੇ ਰਹਿੰਦੇ ਹਾਂ। ਹਾਂਜੀ ਦੋਸਤੋ, ਚਲੋ ਸ਼ੁਰੂ ਕਰਦੇ ਹਾਂ। ਇਹ ਕਹਾਣੀ ਹੈ ਸੈਂਟੀਆਗੋ ਦੀ। ਸੈਂਟੀਆਗੋ ਇੱਕ ਚਰਵਾਹਾ ਹੁੰਦਾ ਹੈ। ਚਰਵਾਹਾ ਉਸ ਨੂੰ ਕਹਿੰਦੇ ਹਨ ਜੋ ਭੇਡਾਂ ਬੱਕਰੀਆਂ ਚਾਰਦਾ ਹੈ। ਸੈਂਟੀਆਗੋ ਨੂੰ ਦੁਨੀਆ ਦੇਖਣ ਦਾ ਬਹੁਤ ਸ਼ੌਂਕ ਹੁੰਦਾ ਹੈ। ਇਸ ਕਰਕੇ ਉਹ ਆਪਣੀਆਂ ਭੇਡਾਂ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਦੂਰ ਦੂਰ ਤੱਕ ਚਾਰਨ ਜਾਂਦਾ ਹੈ। ਵੈਸੇ ਤਾਂ ਸੈਂਟੀਆਗੋ ਸਪੇਨ ਦਾ ਰਹਿਣ ਵਾਲਾ ਹੈ, ਪਰ ਉਸ ਦਾ ਕੰਮ ਇਸ ਤਰ੍ਹਾਂ ਦਾ ਹੈ ਕਿ ਉਸਨੇ ਬਹੁਤ ਸਾਰੀ ਦੁਨੀਆ ਦੇਖ ਲਈ ਹੈ ਅਤੇ ਉਹ ਉੱਨ ਵੇਚਦਾ ਹੈ। ਆਖਰੀ ਵਾਰ ਜਿਸ ਵਪਾਰੀ ਨੂੰ ਉਸਨੇ ਉੱਨ ਵੇਚੀ ਸੀ, ਉਸ ਦੀ ਕੁੜੀ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ ਤੇ ਸੈਂਟੀਆਗੋ ਫਿਰ ਉਸੇ ਪਿੰਡ ਚੱਲਾ ਹੈ ਜਿਸ ਪਿੰਡ ਦਾ ਨਾਮ ਹੈ ਤਾਰੀਫਾ। ਉੱਥੇ ਜਾਣ ਲਈ ਉਹ ਬਹੁਤ ਐਕਸਾਈਟਡ ਹੈ, ਕਿਉਂਕਿ ਬਹੁਤ ਜਲਦੀ ਉਹ ਉਸ ਕੁੜੀ ਨੂੰ ਮਿਲਣ ਵਾਲਾ ਹੈ ਜਿਸ ਕੁੜੀ ਨੂੰ ਉਹ ਪਿਆਰ ਕਰਦਾ ਹੈ। ਹੁਣ ਉਹ ਉਸੇ ਪਿੰਡ ਚੱਲਾ ਹੈ। ਹੁਣ ਚੱਲਦੇ ਚੱਲਦੇ ਬਹੁਤ ਰਾਤ ਹੋ ਜਾਂਦੀ ਹੈ ਤੇ ਸੈਂਟੀਆਗੋ ਇਹ ਫੈਸਲਾ ਲੈਂਦਾ ਹੈ, ਅੱਜ ਰਾਤ ਮੈਂ ਇੱਥੇ ਹੀ ਸੋ ਜਾਂਦਾ ਹਾਂ। ਤੇ ਅਚਾਨਕ ਉਸ ਨੂੰ ਇੱਕ ਚਰਚ ਦਿਖਾਈ ਦਿੰਦਾ ਹੈ ਜਿਸ ਦੇ ਅੰਦਰ ਅੰਜੀਰ ਦਾ ਵੱਡਾ ਸਾਰਾ ਦਰਖਤ ਉੱਗਿਆ ਹੁੰਦਾ ਹੈ ਤੇ ਉਸ ਦੀ ਛੱਤ ਕਈ ਸਾਲ ਪਹਿਲਾਂ ਢਹਿ ਚੁੱਕੀ ਸੀ। ਸੈਂਟੀਆਗੋ ਆਪਣੀਆਂ ਭੇਡਾਂ ਉਸ ਚਰਚ ਦੇ ਅੰਦਰ ਆਪਣੀਆਂ ਸੇਫ ਰੱਖਦਾ ਹੈ ਅਤੇ ਆਪ ਉਸ ਦਰਖਤ ਨੀਚੇ ਸੌ ਜਾਂਦਾ ਹੈ। ਸੌਣ ਤੋਂ ਬਾਅਦ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਵੀ ਇੱਕ ਜਵਾਕ ਉਸ ਦੀਆਂ ਭੇਡਾਂ ਨਾਲ ਆ ਕੇ ਖੇਡਣ ਲੱਗ ਜਾਂਦਾ ਹੈ। ਉਸ ਤੋਂ ਬਾਅਦ ਸੈਂਟੀਆਗੋ ਦਾ ਉਹ ਹੱਥ ਫੜ ਕੇ ਮਿਸਰ ਦੇ ਪਿਰਾਮਿਡ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ, ਇਹ ਰਿਹਾ ਤੇਰਾ ਖਜ਼ਾਨਾ। ਅਚਾਨਕ ਸੈਂਟੀਆਗੋ ਦੀ ਨੀਂਦ ਖੁੱਲ੍ਹ ਜਾਂਦੀ ਹੈ ਤੇ ਅਗਲੇ ਦਿਨ ਉਹ ਬਹੁਤ ਬੇਚੈਨ ਰਹਿੰਦਾ ਹੈ। ਉਹ ਸੋਚਦਾ ਹੈ ਜਿਸ ਪਿੰਡ ਉਹ ਚੱਲਿਆ ਹੈ ਉੱਥੇ ਇੱਕ ਬੁੱਢੀ ਔਰਤ ਰਹਿੰਦੀ ਹੈ ਜੋ ਸੁਪਨਿਆਂ ਦਾ ਮਤਲਬ ਦੱਸਦੀ ਹੈ। ਸੈਂਟੀਆਗੋ ਉਸ ਨੂੰ ਮਿਲਣ ਜਾਂਦਾ ਹੈ ਅਤੇ ਉਸ ਨੂੰ ਆਪਣੇ ਸੁਪਨੇ ਬਾਰੇ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਇਹ ਖਜ਼ਾਨੇ ਦੇ ਸੁਪਨੇ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ। ਉਹ ਬੁੱਢੀ ਔਰਤ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਖਜ਼ਾਨੇ ਦਾ ਪਤਾ ਦੱਸ ਸਕਦੀ ਹਾਂ, ਪਰ ਤੈਨੂੰ ਆਪਣੇ ਖਜ਼ਾਨੇ ਦਾ 10% ਮੈਨੂੰ ਦੇਣਾ ਹੋਵੇਗਾ। ਸੈਂਟੀਆਗੋ ਇਹ ਗੱਲ ਮੰਨ ਜਾਂਦਾ ਹੈ। ਉਸ ਤੋਂ ਬਾਅਦ ਉਹ ਔਰਤ ਕਹਿੰਦੀ ਹੈ, ਤੈਨੂੰ ਮਿਸਰ ਜਾਣਾ ਹੋਵੇਗਾ, ਤੇਰਾ ਖਜ਼ਾਨਾ ਤੈਨੂੰ ਮਿਲ ਜਾਵੇਗਾ। ਸੈਂਟੀਆਗੋ ਸੋਚਦਾ ਹੈ ਕਿ ਇਹ ਔਰਤ ਪਾਗਲ ਹੈ ਵੀ ਮੈਂ ਇੰਨੀ ਦੂਰ ਕੀ ਕਰਨ ਜਾਣਾ ਹੈ। ਸੈਂਟੀਆਗੋ ਉੱਥੋਂ ਨਿਕਲ ਜਾਂਦਾ ਹੈ ਅਤੇ ਇੱਕ ਬਾਜ਼ਾਰ ਜਾਂਦਾ ਹੈ। ਸੈਂਟੀਆਗੋ ਬਾਜ਼ਾਰ ਜਾ ਕੇ ਇੱਕ ਕਿਤਾਬ ਖਰੀਦ ਕੇ ਪੜ੍ਹਨ ਲੱਗ ਜਾਂਦਾ ਹੈ। ਅਚਾਨਕ ਉਸ ਕੋਲ ਇੱਕ ਬੁੱਢਾ ਆਦਮੀ ਆ ਜਾਂਦਾ ਹੈ ਅਤੇ ਉਸ ਨਾਲ ਬੇਵਜ੍ਹਾ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਸੈਂਟੀਆਗੋ ਇਸ ਤੋਂ ਇਰੀਟੇਟ ਹੋ ਜਾਂਦਾ ਹੈ। ਉਹ ਬੁੱਢਾ ਆਦਮੀ ਉਸ ਨੂੰ ਕਹਿੰਦਾ ਹੈ, ਮੈਂ ਤੇਰੇ ਖਜ਼ਾਨੇ ਦਾ ਪਤਾ ਦੱਸ ਸਕਦਾ ਹਾਂ। ਸੈਂਟੀਆਗੋ ਸੋਚਦਾ ਹੈ ਵੀ ਇਸ ਨੂੰ ਉਸ ਸੁਪਨੇ ਦੱਸਣ ਵਾਲੀ ਔਰਤ ਨੇ ਭੇਜਿਆ ਹੈ। ਇਸ ਬੁੱਢੇ ਦੇ ਜ਼ਰੀਏ ਮੈਨੂੰ ਹੁਣ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਰ ਉਹ ਬੁੱਢਾ ਆਦਮੀ ਉਸ ਨੂੰ ਕਹਿੰਦਾ ਹੈ, ਮੇਰਾ ਨਾਮ ਮਲਕੀਜੈਦਕ ਹੈ ਤੇ ਮੈਂ ਸਲੇਮ ਦਾ ਰਾਜਾ ਹਾਂ। ਮੈਨੂੰ ਦੁਨੀਆ ਘੁੰਮਣ ਦਾ ਬਹੁਤ ਸ਼ੌਂਕ ਹੈ ਤੇ ਮੈਂ ਆਪਣਾ ਭੇਸ ਬਦਲ ਕੇ ਘੁੰਮਦਾ ਹਾਂ। ਉਸ ਬੁੱਢੇ ਆਦਮੀ ਨੇ ਉਸ ਨੂੰ ਹੋਰ ਵੀ ਬਥੇਰੀਆਂ ਗੱਲਾਂ ਦੱਸੀਆਂ ਜਿਹੜੀਆਂ ਉਸਨੇ ਹੋਰ ਕਿਸੇ ਨੂੰ ਨਹੀਂ ਸੀ ਦੱਸੀਆਂ। ਤੇ ਉਹ ਬੁੱਢਾ ਆਦਮੀ ਉਸ ਨੂੰ ਕਹਿੰਦਾ ਹੈ, ਮੈਂ ਤੈਨੂੰ ਤੇਰੇ ਖਜ਼ਾਨੇ ਦਾ ਪਤਾ ਦੱਸ ਸਕਦਾ ਹਾਂ, ਪਰ ਤੈਨੂੰ ਆਪਣੀ ਭੇਡਾਂ ਦਾ 10% ਹਿੱਸਾ ਮੈਨੂੰ ਦੇਣਾ ਪਵੇਗਾ। ਸੁਣ ਬੱਚੇ, ਜਦੋਂ ਇਨਸਾਨ ਜਵਾਨ ਹੁੰਦਾ ਹੈ ਤਾਂ ਉਸ ਨੂੰ ਆਪਣੀ ਮੰਜ਼ਿਲ ਦਾ ਪਤਾ ਹੁੰਦਾ ਹੈ ਅਤੇ ਉਹ ਸੁਪਨੇ ਦੇਖਦਾ ਹੈ ਅਤੇ ਉਹਨਾਂ ਨੂੰ ਪੂਰਾ ਕਰਨ ਤੋਂ ਵੀ ਨਹੀਂ ਡਰਦਾ। ਪਰ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਅਤੇ ਉਮਰ ਵੱਧਦੀ ਹੈ ਤਾਂ ਨੈਗੇਟਿਵ ਪਾਵਰ ਇਨਸਾਨ ਨੂੰ ਘੇਰ ਲੈਂਦੀ ਹੈ ਅਤੇ ਉਸ ਨੂੰ ਹਰ ਕੰਮ ਮੁਸ਼ਕਿਲ ਅਤੇ ਨਾਮੁਮਕਿਨ ਲੱਗਦਾ ਹੈ।
ਉਹ ਬੁੱਢਾ ਆਦਮੀ ਉਸ ਨੂੰ ਹੋਰ ਵੀ ਬਥੇਰੀਆਂ ਗੱਲਾਂ ਦੱਸਦਾ ਹੈ ਅਤੇ ਸੈਂਟੀਆਗੋ ਬਹੁਤ ਧਿਆਨ ਨਾਲ ਉਸ ਦੀਆਂ ਗੱਲਾਂ ਨੂੰ ਸੁਣਦਾ ਹੈ। ਉਹ ਬੁੱਢਾ ਆਦਮੀ ਸੈਂਟੀਆਗੋ ਨੂੰ ਕਹਿੰਦਾ ਹੈ ਕਿ ਤੈਨੂੰ ਪਤਾ, ਜਦ ਤੂੰ ਕਿਸੇ ਚੀਜ਼ ਨੂੰ ਪੂਰੇ ਦਿਲ ਤੋਂ ਚਾਹੁੰਦਾ ਹਾਂ ਤਾਂ ਉਹ ਤੇਰੀ ਜ਼ਿੰਦਗੀ ਦਾ ਮਿਸ਼ਨ ਬਣ ਜਾਂਦਾ ਹੈ। ਸੈਂਟੀਆਗੋ ਕੁਝ ਸੋਚਦਾ ਹੈ, ਫਿਰ ਉਹ ਬੁੱਢਾ ਆਦਮੀ ਆਪਣੀ ਗੱਲ ਅੱਗੇ ਤੋਰਦਾ ਹੈ। ਉਹ ਤੇਰੀ ਜ਼ਿੰਦਗੀ ਦਾ ਮਿਸ਼ਨ ਬਣ ਜਾਂਦਾ ਹੈ, ਚਾਹੇ ਉਹ ਦੁਨੀਆ ਘੁੰਮਣਾ ਹੋਵੇ, ਜਾਂ ਫਿਰ ਵਪਾਰੀ ਦੀ ਕੁੜੀ ਨਾਲ ਵਿਆਹ ਕਰਾਉਣਾ ਹੋਵੇ, ਜਾਂ ਫਿਰ ਆਪਣਾ ਖਜ਼ਾਨਾ ਲੱਭਣਾ ਹੋਵੇ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੱਚੇ ਦਿਲ ਤੋਂ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਉਸ ਨੂੰ ਤੁਹਾਨੂੰ ਮਿਲਾਉਣ ਵਿੱਚ ਲੱਗ ਜਾਂਦੀ ਹੈ। ਹੁਣ ਸੈਂਟੀਆਗੋ ਸੋਚਦਾ ਹੈ ਕਿ ਮੈਂ ਆਪਣੀ ਭੇਡਾਂ ਤੇ ਉਸ ਕੁੜੀ ਨੂੰ ਛੱਡ ਕੇ ਇੰਨੀ ਦੂਰ ਕਿਵੇਂ ਜਾ ਸਕਦਾ ਹਾਂ। ਫਿਰ ਸੈਂਟੀਆਗੋ ਉਸ ਬੁੱਢੇ ਆਦਮੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੀ ਭੇਡਾਂ ਦੇ ਬਦਲੇ ਉਸ ਖਜ਼ਾਨੇ ਵਿੱਚੋਂ 10% ਦੇ ਦੇਵਾਂਗਾ। ਅਤੇ ਉਹ ਬੁੱਢਾ ਆਦਮੀ ਉਸ ਨੂੰ ਕਹਿੰਦਾ ਹੈ, ਜੋ ਚੀਜ਼ ਤੈਨੂੰ ਹਾਲੇ ਮਿਲੀ ਹੀ ਨਹੀਂ, ਉਹ ਚੀਜ਼ ਦੇਣ ਦੀ ਪਹਿਲਾਂ ਹੀ ਸੋਚ ਲਵੇਂਗਾ ਤਾਂ ਉਸ ਚੀਜ਼ ਨੂੰ ਪਾਉਣ ਦੀ ਇੱਛਾ ਤੂੰ ਪਹਿਲਾਂ ਹੀ ਖਤਮ ਕਰ ਦੇਵੇਂਗਾ। ਇਹ ਗੱਲ ਕਹਿਣ ਤੋਂ ਬਾਅਦ ਸੈਂਟੀਆਗੋ ਸੋਚਣ ਲੱਗ ਜਾਂਦਾ ਹੈ ਅਤੇ ਉਹ ਸੋਚਦਾ ਹੈ ਕਿ ਮੈਂ ਆਪਣੇ ਮਾਂ-ਪਿਓ ਨੂੰ ਛੱਡ ਕੇ ਆਇਆ ਹਾਂ ਅਤੇ ਅੱਜ ਮੇਰੇ ਬਿਨਾਂ ਰਹਿਣਾ ਸਿੱਖ ਗਏ ਹਨ, ਅਤੇ ਆਹ ਕੁੜੀ ਅਤੇ ਭੇਡਾਂ ਮੇਰੇ ਮਾਂ-ਪਿਓ ਤੋਂ ਤਾਂ ਜ਼ਿਆਦਾ ਨਹੀਂ, ਮੇਰੇ ਮਾਂ-ਪਿਓ ਤੋਂ ਵੱਧ ਕੇ ਤਾਂ ਨਹੀਂ, ਇਹ ਵੀ ਰਹਿਣਾ ਸਿੱਖ ਲੈਣਗੀਆਂ, ਮੈਂ ਵੀ ਇਹਨਾਂ ਬਿਨਾਂ ਰਹਿਣਾ ਸਿੱਖ ਲਵਾਂਗਾ। ਅਗਲੇ ਦਿਨ ਸੈਂਟੀਆਗੋ ਆਪਣੀ ਭੇਡਾਂ ਵੇਚ ਕੇ ਉਸ ਵਿੱਚੋਂ 10% ਹਿੱਸਾ ਕੱਢ ਕੇ ਉਸ ਬੁੱਢੇ ਆਦਮੀ ਨੂੰ ਦੇ ਦਿੰਦਾ ਹੈ ਅਤੇ ਉਹ ਬੁੱਢਾ ਆਦਮੀ ਉਸ ਨੂੰ ਕਹਿੰਦਾ ਹੈ, ਤੈਨੂੰ ਮਿਸਰ ਜਾਣਾ ਪੈਣਾ ਹੈ, ਪਿਰਾਮਿਡ ਦੇ ਕੋਲ, ਉੱਥੇ ਤੈਨੂੰ ਤੇਰਾ ਖਜ਼ਾਨਾ ਮਿਲ ਜਾਵੇਗਾ। ਪਰ ਖਜ਼ਾਨਾ ਲੱਭਣ ਲਈ ਤੈਨੂੰ ਕੁਦਰਤ ਦੇ ਇਸ਼ਾਰਿਆਂ ਨੂੰ ਸਮਝਣਾ ਪੈਣਾ ਹੈ। ਅਤੇ ਉਹ ਉਸ ਨੂੰ 2 ਪੱਥਰ ਵੀ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਕੁਦਰਤ ਦੀਆਂ ਨਿਸ਼ਾਨੀਆਂ ਨੂੰ ਸਮਝਣ ਲਈ ਤੈਨੂੰ ਇਹ ਪੱਥਰ ਤੇਰੇ ਬਹੁਤ ਕੰਮ ਆਉਣਗੇ। ਹੁਣ ਉਹ ਬੁੱਢਾ ਆਦਮੀ ਉਸ ਨੂੰ ਅਫਰੀਕਾ ਦੇ ਸ਼ਿਪ ਵਿੱਚ ਚੜ੍ਹਾ ਦਿੰਦਾ ਹੈ। ਇਹੀ ਉਹ ਰਸਤਾ ਹੈ, ਪਹਿਲਾਂ ਜੋ ਅਫਰੀਕਾ ਜਾਵੇਗਾ, ਫਿਰ ਮਿਸਰ ਜਾਵੇਗਾ। ਇਸ ਰਸਤੇ ਦੇ ਥਰੂ ਪਹਿਲਾਂ ਉਸ ਨੂੰ ਅਫਰੀਕਾ ਜਾਣਾ ਪਵੇਗਾ, ਅਫਰੀਕਾ ਤੋਂ ਹੁੰਦੇ ਹੋਏ ਉਸ ਨੂੰ ਮਿਸਰ ਯਾਨੀ ਇਜਿਪਟ ਜਾਣਾ ਪਵੇਗਾ। ਹੁਣ ਸੈਂਟੀਆਗੋ ਜਦ ਅਫਰੀਕਾ ਦੇ ਤਨਜੀਰ ਸ਼ਹਿਰ ਵਿੱਚ ਪਹੁੰਚਦਾ ਹੈ ਤਾਂ ਉਸ ਦਾ ਸਾਰਾ ਸਮਾਨ ਚੋਰੀ ਹੋ ਜਾਂਦਾ ਹੈ ਅਤੇ ਉਹ ਸੋਚਦਾ ਹੈ, ਮੈਂ ਬਹੁਤ ਵੱਡੀ ਗਲਤੀ ਕਰਤੀ ਇੱਥੇ ਆ ਕੇ, ਕਿਉਂਕਿ ਹੁਣ ਮੇਰੇ ਸਾਰੇ ਪੈਸੇ ਖਤਮ ਹੋ ਗਏ ਅਤੇ ਮੇਰਾ ਚੰਗਾ ਭਲਾ ਕੰਮ ਵੀ ਖਤਮ ਹੋ ਗਿਆ। ਹੁਣ ਮੈਂ ਕੀ ਕਰਾਂ, ਕਿਵੇਂ ਕਰਾਂ, ਕਿੱਥੇ ਜਾਵਾਂ, ਕਿਉਂਕਿ ਉਹ ਅਫਰੀਕਾ ਵਿੱਚ ਫਸ ਚੁੱਕਿਆ ਹੈ। ਪਰ ਥੋੜ੍ਹੇ ਟਾਈਮ ਬਾਅਦ ਉਸ ਨੂੰ ਉਸ ਬੁੱਢੇ ਰਾਜੇ ਦੀ ਗੱਲ ਯਾਦ ਆਉਂਦੀ ਹੈ। ਅਗਰ ਤੁਸੀਂ ਕਿਸੇ ਚੀਜ਼ ਨੂੰ ਸੱਚੇ ਦਿਲ ਤੋਂ ਚਾਹੁੰਦੇ ਹੋ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਸੋਚਦਾ ਹੈ, ਇਹ ਜਗ੍ਹਾ ਇੰਨੀ ਵੀ ਬੁਰੀ ਨਹੀਂ, ਅਤੇ ਉਹ ਖੁਸ਼ ਹੋ ਜਾਂਦਾ ਹੈ ਅਤੇ ਆਪਣੇ ਅੱਗੇ ਦੇ ਸਫ਼ਰ ਨੂੰ ਤੈਅ ਕਰਨ ਦੀ ਕੋਸ਼ਿਸ਼ ਕਰਦਾ ਹੈ। ਚੱਲਦੇ ਚੱਲਦੇ ਕਾਫੀ ਅੱਗੇ ਜਾ ਕੇ ਉਸ ਨੂੰ ਇੱਕ ਪਹਾੜੀ ਦਿਖਦੀ ਹੈ। ਉਸ ਪਹਾੜੀ ਦੇ ਉੱਤੇ ਇੱਕ ਕੱਚ ਦੇ ਸਮਾਨ ਵੇਚਣ ਵਾਲੀ ਦੀ ਦੁਕਾਨ ਹੁੰਦੀ ਹੈ। ਉਸ ਦਾ ਸਮਾਨ ਬਹੁਤ ਗੰਦਾ ਪਿਆ ਹੁੰਦਾ ਹੈ ਅਤੇ ਸੈਂਟੀਆਗੋ ਉਸ ਵਪਾਰੀ ਨੂੰ ਕਹਿੰਦਾ ਹੈ, ਮੈਂ ਤੇਰਾ ਸਾਰਾ ਸਮਾਨ ਸਾਫ਼ ਕਰ ਦਿੰਦਾ ਹਾਂ, ਬਦਲੇ ਵਿੱਚ ਤੁਸੀਂ ਮੈਨੂੰ ਰੋਟੀ ਖਵਾ ਦਿਓ। ਇੰਨੀ ਗੱਲ ਕਹਿਣ ਤੋਂ ਬਾਅਦ ਉਹ ਦੁਕਾਨਦਾਰ ਉਸ ਨੂੰ ਕੋਈ ਵੀ ਜਵਾਬ ਨਹੀਂ ਦਿੰਦਾ ਅਤੇ ਸੈਂਟੀਆਗੋ ਦੁਬਾਰਾ ਕਹਿੰਦਾ ਹੈ ਵੀ ਤੁਸੀਂ ਮੈਨੂੰ ਰੋਟੀ ਖਵਾ ਦਿਓ, ਮੈਂ ਤੁਹਾਡਾ ਸਾਰਾ ਕੰਮ ਕਰ ਦਿਆਂਗਾ। ਸੈਂਟੀਆਗੋ ਸੋਚਦਾ ਹੈ ਕਿ ਸ਼ਾਇਦ ਕੁਦਰਤ ਚਾਹੁੰਦੀ ਹੈ ਕਿ ਮੈਂ ਆਪਣੇ ਫੈਸਲੇ ਆਪ ਲਵਾਂ, ਅਤੇ ਸੈਂਟੀਆਗੋ ਦੁਕਾਨ ਦਾ ਸਮਾਨ ਸਾਫ਼ ਕਰਨ ਲੱਗ ਜਾਂਦਾ ਹੈ।
ਤੇ ਇਸ ਤੋਂ ਬਾਅਦ ਦੁਕਾਨ ਦਾ ਮਾਲਿਕ ਉਸ ਨੂੰ ਰੋਟੀ ਖਵਾਉਣ ਬਾਹਰ ਲੈ ਜਾਂਦਾ ਹੈ ਅਤੇ ਕਹਿੰਦਾ ਹੈ, ਸ਼ਾਇਦ ਤੈਨੂੰ ਕੰਮ ਦੀ ਜ਼ਰੂਰਤ ਹੈ, ਤੂੰ ਮੇਰੇ ਕੋਲ ਕੰਮ ਕਰ ਲਾ। ਤੇ ਉਹ ਕਹਿੰਦਾ ਹੈ, ਠੀਕ ਹੈ। ਸੈਂਟੀਆਗੋ ਸੋਚਦਾ ਹੈ ਕਿ ਮੈਂ ਪੈਸੇ ਇਕੱਠੇ ਕਰਕੇ ਵਾਪਸ ਸਪੇਨ ਚਲਾ ਜਾਵਾਂਗਾ ਅਤੇ ਕੁਝ ਭੇਡਾਂ ਖਰੀਦ ਕੇ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਦੁਬਾਰਾ ਸ਼ੁਰੂਆਤ ਕਰ ਦਿਆਂਗਾ। ਉਹਨਾਂ ਦੀ ਕ੍ਰਿਸਟਲ ਦੀ ਦੁਕਾਨ ਪਹਾੜੀ 'ਤੇ ਬਹੁਤ ਉੱਪਰ ਹੁੰਦੀ ਹੈ, ਜਿਸ ਕਰਕੇ ਉੱਥੇ ਤੱਕ ਆਉਂਦੇ ਮੁਸਾਫਿਰ ਬਹੁਤ ਜ਼ਿਆਦਾ ਥੱਕ ਜਾਂਦੇ ਹਨ ਅਤੇ ਉਹਨਾਂ ਦੇ ਆਲੇ ਦੁਆਲੇ ਕੋਈ ਵੀ ਖਾਣ ਪੀਣ ਦੀ ਜਗ੍ਹਾ ਨਹੀਂ ਹੁੰਦੀ। ਸੈਂਟੀਆਗੋ ਵਪਾਰੀ ਨੂੰ ਕਹਿੰਦਾ ਹੈ ਵੀ ਆਪਾਂ ਕਿਉਂ ਨਾ ਇਹਨਾਂ ਸਮਾਨ ਦੇ ਨਾਲ ਖਾਣ ਪੀਣ ਦਾ ਸਮਾਨ ਵੀ ਰੱਖ ਲਈਏ, ਜਿਸ ਕਰਕੇ ਆਪਣੇ ਭਾਂਡਿਆਂ ਦੀ ਵਿਕਰੀ ਤਾਂ ਹੋਵੇਗੀ ਨਾਲ ਆਪਾਂ ਕ੍ਰਿਸਟਲ ਦੇ ਗਲਾਸ ਵਿੱਚ ਚਾਹ ਵੇਚਾਂਗੇ। ਵਪਾਰੀ ਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਹੈ। ਉਸ ਤੋਂ ਬਾਅਦ ਉਹਨਾਂ ਦੀ ਦੁਕਾਨ ਦੇ ਉੱਤੇ ਕਾਫੀ ਜ਼ਿਆਦਾ ਲੋਕ ਆਉਣ ਲੱਗ ਜਾਂਦੇ ਹਨ ਅਤੇ 1 ਸਾਲ ਦੇ ਅੰਦਰ ਉਹਨਾਂ ਦੋਨਾਂ ਕੋਲ ਇੰਨਾ ਜ਼ਿਆਦਾ ਧਨ ਇਕੱਠਾ ਹੋ ਜਾਂਦਾ ਹੈ ਅਤੇ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਂਦੇ ਹਨ। ਹੁਣ ਸੈਂਟੀਆਗੋ ਕੋਲ ਇੰਨਾ ਧਨ ਹੈ ਕਿ ਉਹ ਵਾਪਸ ਆਪਣੇ ਦੇਸ਼ ਸਪੇਨ ਜਾ ਸਕਦਾ ਹੈ ਅਤੇ ਆਪਣੀ ਭੇਡਾਂ ਖਰੀਦ ਸਕਦਾ ਹੈ ਅਤੇ ਉਹ ਇਹ ਫੈਸਲਾ ਕਰਦਾ ਹੈ ਕਿ ਉਹ ਵਾਪਸ ਆਪਣੇ ਪਿੰਡ ਚਲਾ ਜਾਵੇਗਾ ਸਪੇਨ। ਅਤੇ ਅਚਾਨਕ ਉਸ ਨੂੰ ਉਸ ਬੁੱਢੇ ਆਦਮੀ ਦੀ ਗੱਲ ਚੇਤੇ ਆਉਂਦੀ ਹੈ ਕਿ ਆਪਣੇ ਸੁਪਨਿਆਂ ਨੂੰ ਕਦੇ ਵੀ ਅਧੂਰਾ ਨਹੀਂ ਛੱਡਣਾ ਚਾਹੀਦਾ। ਇਸ ਤੋਂ ਬਾਅਦ ਸੈਂਟੀਆਗੋ ਇੱਕ ਵਾਰ ਫਿਰ ਆਪਣੀ ਕਿਸਮਤ ਅਜ਼ਮਾਉਂਦਾ ਹੈ ਅਤੇ ਮਿਸਰ ਜਾਣ ਵਾਲੇ ਕਾਫਲੇ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਉੱਥੇ ਉਸ ਦੀ ਮੁਲਾਕਾਤ ਇੱਕ ਅੰਗਰੇਜ਼ ਨਾਲ ਹੁੰਦੀ ਹੈ। ਇਹ ਅੰਗਰੇਜ਼ ਇੱਕ ਐਲਕੈਮਿਸਟ ਨੂੰ ਲੱਭ ਰਿਹਾ ਹੁੰਦਾ ਹੈ। ਇਹ ਕਾਫੀ ਲੰਬੇ ਸਮੇਂ ਤੋਂ ਉਸ ਐਲਕੈਮਿਸਟ ਨੂੰ ਲੱਭ ਰਿਹਾ ਹੁੰਦਾ ਹੈ। ਐਲਕੈਮਿਸਟ ਉਸ ਨੂੰ ਕਹਿੰਦੇ ਹਨ ਜੋ ਪੱਥਰ ਤੋਂ ਸੋਨਾ ਬਣਾ ਦੇਵੇ ਅਤੇ ਉਸ ਐਲਕੈਮਿਸਟ ਦੀ ਉਮਰ 200 ਸਾਲ ਹੁੰਦੀ ਹੈ। ਜਦੋਂ ਉਹ ਐਲਕੈਮਿਸਟ ਦੇ ਪਿੰਡ ਪਹੁੰਚਦੇ ਹਨ ਤਾਂ ਉੱਥੇ ਲੜਾਈ ਝਗੜੇ ਦੰਗੇ ਸ਼ੁਰੂ ਹੋ ਜਾਂਦੇ ਹਨ। ਸੈਂਟੀਆਗੋ ਸੋਚਦਾ ਹੈ, ਜੇ ਮੈਂ ਇੱਥੇ ਫਸ ਗਿਆ ਹਾਂ ਤਾਂ ਮੈਂ ਇਸ ਅੰਗਰੇਜ਼ ਦੀ ਮਦਦ ਕਰ ਦਿੰਦਾ ਹਾਂ ਐਲਕੈਮਿਸਟ ਨੂੰ ਲੱਭਣ ਵਿੱਚ। ਤਾਂ ਦੋਨੇ ਜਣੇ ਉਸ ਪਿੰਡ ਦੇ ਇੱਕ ਖੂਹ 'ਤੇ ਜਾਂਦੇ ਹਨ ਅਤੇ ਸੈਂਟੀਆਗੋ ਨੂੰ ਉੱਥੇ ਇੱਕ ਕੁੜੀ ਦਿਖਾਈ ਦਿੰਦੀ ਹੈ। ਉਸ ਕੁੜੀ ਦਾ ਨਾਮ ਹੁੰਦਾ ਹੈ ਫਾਤਿਮਾ ਅਤੇ ਸੈਂਟੀਆਗੋ ਨੂੰ ਪਹਿਲੀ ਨਜ਼ਰ ਵਿੱਚ ਫਾਤਿਮਾ ਨਾਲ ਪਿਆਰ ਹੋ ਜਾਂਦਾ ਹੈ ਅਤੇ ਫਾਤਿਮਾ ਉਹਨਾਂ ਨੂੰ ਐਲਕੈਮਿਸਟ ਦਾ ਪਤਾ ਦੱਸਦੀ ਹੈ। ਉਹ ਅੰਗਰੇਜ਼ ਐਲਕੈਮਿਸਟ ਨੂੰ ਮਿਲਣ ਜਾਂਦਾ ਹੈ ਅਤੇ ਐਲਕੈਮਿਸਟ ਅੰਗਰੇਜ਼ ਨੂੰ ਦੇਖ ਕੇ ਕਹਿੰਦਾ ਹੈ ਕਿ ਤੂੰ ਮੈਨੂੰ ਪਿਛਲੇ 10 ਸਾਲਾਂ ਤੋਂ ਲੱਭ ਰਿਹਾ ਹੈ ਕਿ ਤੂੰ ਆਪ ਸੋਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਅੰਗਰੇਜ਼ ਕਹਿੰਦਾ ਹੈ ਨਹੀਂ। ਤਾਂ ਉਹ ਕਹਿੰਦਾ ਹੈ, ਜੇ ਤੂੰ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਤੂੰ ਸੋਨਾ ਬਣਾ ਰਿਹਾ ਹੁੰਦਾ, ਕਿਉਂਕਿ ਕਿਸੇ ਵੀ ਚੀਜ਼ ਨੂੰ ਪਾਉਣ ਲਈ ਲਗਾਤਾਰ ਮਿਹਨਤ ਅਤੇ ਅਭਿਆਸ ਕਰਨਾ ਪੈਂਦਾ ਹੈ। ਅਤੇ ਦੂਜੇ ਪਾਸੇ ਸੈਂਟੀਆਗੋ ਰੋਜ਼ ਫਾਤਿਮਾ ਨੂੰ ਮਿਲਣ ਜਾਂਦਾ ਹੈ ਅਤੇ ਉਹਨਾਂ ਨੂੰ ਪਿਆਰ ਹੋ ਜਾਂਦਾ ਹੈ। ਇੱਕ ਦਿਨ ਸੈਂਟੀਆਗੋ ਅਸਮਾਨ ਵਿੱਚ ਦੇਖ ਰਿਹਾ ਹੁੰਦਾ ਹੈ ਕਿ ਅਸਮਾਨ ਵਿੱਚ 2 ਬਾਜ ਆਪਸ ਵਿੱਚ ਲੜ ਰਹੇ ਹੁੰਦੇ ਹਨ। ਸੈਂਟੀਆਗੋ ਉਹਨਾਂ ਨੂੰ ਦੇਖ ਕੇ ਸੋਚਦਾ ਹੈ ਕਿ ਕੋਈ ਮੇਰੇ ਲਈ ਸੰਦੇਸ਼ ਹੈ ਅਤੇ ਇਸ ਪਿੰਡ 'ਤੇ ਜ਼ਰੂਰ ਕੋਈ ਦੂਜਾ ਪਿੰਡ ਜਾਂ ਕੋਈ ਦੂਜੀ ਸੈਨਾ ਇਸ ਪਿੰਡ 'ਤੇ ਹਮਲਾ ਕਰਨ ਵਾਲੀ ਹੈ। ਉਹ ਸੋਚ ਰਿਹਾ ਹੁੰਦਾ ਕਿ ਜ਼ਰੂਰ ਇਸ ਪਿੰਡ 'ਤੇ ਕਿਸੇ ਨਾ ਕਿਸੇ ਦਾ ਹਮਲਾ ਜ਼ਰੂਰ ਹੋਵੇਗਾ ਅਤੇ ਇਹੀ ਗੱਲ ਜਾ ਕੇ ਕਬੀਲੇ ਦੇ ਸਰਦਾਰ ਨੂੰ ਦੱਸ ਦਿੰਦਾ ਹੈ ਅਤੇ ਸਰਦਾਰ ਉਸ ਨੂੰ ਕਹਿੰਦਾ ਹੈ ਕਿ ਜੇ ਤੇਰਾ ਇਹ ਆਈਡੀਆ ਗਲਤ ਨਿਕਲਿਆ ਤਾਂ ਮੈਂ ਤੇਰੀ ਗਰਦਨ ਕਟਾ ਦੇਣੀ ਹੈ। ਅਤੇ ਸੈਂਟੀਆਗੋ ਅਗਲੇ ਦਿਨ ਦੀ ਵੇਟ ਕਰਦਾ ਹੈ ਅਤੇ ਅਗਲੇ ਦਿਨ ਸੱਚੀ ਉਸ ਪਿੰਡ 'ਤੇ ਸੈਨਾ ਦਾ ਹਮਲਾ ਹੋ ਜਾਂਦਾ ਹੈ ਅਤੇ ਉਹ ਸਾਰੇ ਪਹਿਲਾਂ ਹੀ ਤਿਆਰ ਹੁੰਦੇ ਹਨ ਅਤੇ ਉਹ ਲੜਾਈ ਜਿੱਤ ਜਾਂਦੇ ਹਨ। ਇਸ ਗੱਲ ਤੋਂ ਉੱਥੇ ਦਾ ਸਰਦਾਰ ਸੈਂਟੀਆਗੋ 'ਤੇ ਬਹੁਤ ਖੁਸ਼ ਹੁੰਦਾ ਹੈ ਅਤੇ ਉਸ ਨੂੰ 50 ਸੋਨੇ ਦੀਆਂ ਮੋਹਰਾਂ ਦਿੰਦਾ ਹੈ। ਉਸ ਨੂੰ ਕਹਿੰਦਾ ਹੈ ਕਿ ਅੱਜ ਤੋਂ ਤੂੰ ਇਸ ਪਿੰਡ ਦਾ ਸਲਾਹਕਾਰ ਹੈ। ਅਤੇ ਸੈਂਟੀਆਗੋ ਸੋਚਦਾ ਹੈ ਕਿ ਕਿਉਂ ਨਾ ਮੈਂ ਇਸ ਪਿੰਡ ਵਿੱਚ ਰੁਕ ਜਾਂਦਾ ਹਾਂ, ਕਿਉਂਕਿ ਉਹ ਫਾਤਿਮਾ ਨੂੰ ਬਹੁਤ ਪਿਆਰ ਕਰਦਾ ਹੁੰਦਾ ਅਤੇ ਉਸ ਕੋਲ ਬਹੁਤ ਸਾਰਾ ਪੈਸਾ ਵੀ ਹੋ ਚੁੱਕਿਆ ਹੈ। ਅਗਲੇ ਦਿਨ ਸੈਂਟੀਆਗੋ ਆਪਣੀ ਇਹ ਸਾਰੀ ਗੱਲ ਜਾ ਕੇ ਫਾਤਿਮਾ ਨੂੰ ਦੱਸ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਸੋਚਦਾ ਹਾਂ ਕਿ ਮੈਂ ਇੱਥੇ ਰੁਕ ਜਾਂਦਾ ਹਾਂ। ਅਤੇ ਫਾਤਿਮਾ ਉਸ ਨੂੰ ਕਹਿੰਦੀ ਹੈ
ਨਹੀਂ, ਮੈਂ ਤੈਨੂੰ ਸੱਚਾ ਪਿਆਰ ਕਰਦੀ ਹਾਂ ਤੇ ਤੇਰਾ ਇੰਤਜ਼ਾਰ ਕਰੂੰਗੀ ਤੇ ਤੂੰ ਜਾ ਆਪਣੇ ਸੁਪਨੇ ਪੂਰੇ ਕਰ। ਤੇ ਵੈਸੇ ਵੀ ਮੈਂ ਰੇਗਿਸਤਾਨ ਦੀ ਕੁੜੀ ਹਾਂ। ਰੇਗਿਸਤਾਨ 'ਚ ਪਤਾ ਕੀ ਹੁੰਦਾ, ਲੋਕ ਲੰਬੇ ਸਮੇਂ ਤੱਕ ਸਫ਼ਰ 'ਤੇ ਜਾਂਦੇ ਹਨ ਅਤੇ ਉੱਥੇ ਦੀਆਂ ਔਰਤਾਂ ਅਤੇ ਕੁੜੀਆਂ ਨੂੰ ਆਪਣੇ ਘਰ ਵਾਲੇ ਜਾਂ ਫਿਰ ਜਿਸ ਨਾਲ ਉਹ ਪਿਆਰ ਕਰਦੀਆਂ ਹਨ ਉਹਨਾਂ ਦਾ ਇੰਤਜ਼ਾਰ ਕਰਨ ਦੀ ਆਦਤ ਹੋ ਜਾਂਦੀ ਹੈ। ਸੈਂਟੀਆਗੋ ਅਤੇ ਐਲਕੇਮਿਸਟ ਦੋਨੇ ਸਫ਼ਰ 'ਤੇ ਨਿਕਲ ਜਾਂਦੇ ਹਨ ਕਿਉਂਕਿ ਐਲਕੇਮਿਸਟ ਵੀ ਚਾਹੁੰਦਾ ਹੈ ਕਿ ਸੈਂਟੀਆਗੋ ਨੂੰ ਉਸਦਾ ਖਜ਼ਾਨਾ ਮਿਲੇ। ਰਾਸਤੇ ਵਿੱਚ ਉਹਨਾਂ ਨੂੰ ਕੁਝ ਗੁੰਡੇ ਮਿਲ ਜਾਂਦੇ ਹਨ ਅਤੇ ਉਹ ਸੈਂਟੀਆਗੋ ਦਾ ਸਾਰਾ ਸੋਨਾ ਖੋਹ ਲੈਂਦੇ ਹਨ ਅਤੇ ਅਚਾਨਕ ਐਲਕੇਮਿਸਟ ਕਹਿੰਦਾ ਹੈ ਵੀ ਸਾਨੂੰ ਨਾ ਮਾਰੋ, ਇਹ ਬਹੁਤ ਵੱਡਾ ਜਾਦੂਗਰ ਹੈ, ਇਹ ਆਪਣੇ ਆਪ ਨੂੰ ਹਵਾ ਵਿੱਚ ਬਦਲ ਲਵੇਗਾ। ਅਤੇ ਡਾਕੂ ਉਹਨਾਂ ਨੂੰ ਕਹਿੰਦੇ ਹਨ, ਅਸੀਂ ਤੁਹਾਨੂੰ 3 ਦਿਨ ਦਾ ਸਮਾਂ ਦਿੰਦੇ ਹਾਂ, ਅਗਰ ਜੇ ਹਵਾ 'ਚ ਨਾ ਬਦਲਣਾ ਤਾਂ ਅਸੀਂ ਤੁਹਾਨੂੰ ਮਾਰ ਦਿਆਂਗੇ। ਹੁਣ ਸੈਂਟੀਆਗੋ ਬਹੁਤ ਪਰੇਸ਼ਾਨ ਹੁੰਦਾ ਹੈ ਅਤੇ ਉਸਨੂੰ ਜਾਦੂ ਤਾਂ ਆਉਂਦਾ ਨਹੀਂ ਅਤੇ ਉਹ ਬੁੱਢੇ ਐਲਕੇਮਿਸਟ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਮਰਵਾਤਾ। ਅਤੇ ਬੁੱਢਾ ਐਲਕੇਮਿਸਟ ਉਸਨੂੰ ਕਹਿੰਦਾ ਹੈ ਕਿ ਤੂੰ ਆਪਣੇ ਅੰਦਰੋਂ ਮੌਤ ਅਤੇ ਹਾਰ ਦੇ ਡਰ ਨੂੰ ਬਾਹਰ ਕੱਢ ਦੇ ਅਤੇ ਆਪਣਾ ਸਾਰਾ ਧਿਆਨ ਰੇਗਿਸਤਾਨ ਦੀ ਹਵਾ 'ਤੇ ਲਗਾ ਦੇ। ਸੈਂਟੀਆਗੋ ਤੋਂ ਕੁਝ ਦਿਨ ਸੋਚਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਹਵਾ ਵਿੱਚ ਬਦਲ ਲੈਂਦਾ ਹੈ ਕਿਉਂਕਿ ਉੱਥੇ ਬਹੁਤ ਤੇਜ਼ ਹਨੇਰੀ ਆਉਂਦੀ ਹੈ। ਹੁਣ ਦੋਨੇ ਉੱਥੋਂ ਨਿਕਲ ਜਾਂਦੇ ਹਨ ਅਤੇ ਅੱਗੇ ਜਾ ਕੇ ਇੱਕ ਸੰਨਿਆਸੀ ਦੇ ਕੋਲ ਪਹੁੰਚਦੇ ਹਨ। ਬੁੱਢਾ ਐਲਕੇਮਿਸਟ ਉੱਥੇ ਜਾ ਕੇ ਪੱਥਰ ਨੂੰ ਸੋਨੇ ਵਿੱਚ ਬਦਲ ਦਿੰਦਾ ਹੈ ਅਤੇ ਉਸ ਦੇ 4 ਟੁਕੜੇ ਕਰ ਦਿੰਦਾ ਹੈ। ਇੱਕ ਟੁਕੜਾ ਆਪਣੇ ਕੋਲ ਰੱਖ ਲੈਂਦਾ ਹੈ, ਇੱਕ ਟੁਕੜਾ ਸੈਂਟੀਆਗੋ ਨੂੰ ਦੇ ਦਿੰਦਾ ਹੈ ਅਤੇ 2 ਟੁਕੜੇ ਸੰਨਿਆਸੀ ਨੂੰ ਦੇ ਦਿੰਦਾ ਹੈ। ਹੁਣ ਸੈਂਟੀਆਗੋ ਅੱਗੇ ਦਾ ਸਫ਼ਰ ਤੈਅ ਕਰਦਾ ਹੈ ਅਤੇ ਅਖੀਰਕਾਰ ਉਹ ਪਿਰਾਮਿਡ ਕੋਲ ਪਹੁੰਚ ਜਾਂਦਾ ਹੈ ਅਤੇ ਉੱਥੇ ਜਾ ਕੇ ਖਜ਼ਾਨਾ ਲੱਭਦਾ ਹੈ ਅਤੇ ਖੁਦਾਈ ਸ਼ੁਰੂ ਕਰ ਦਿੰਦਾ ਹੈ। ਅਚਾਨਕ ਉਸ ਦੇ ਕੋਲ ਗੁੰਡੇ ਆ ਜਾਂਦੇ ਹਨ ਅਤੇ ਉਸਦਾ ਜੋ ਉਸ ਕੋਲ ਟੁਕੜਾ ਹੁੰਦਾ ਹੈ ਸੋਨੇ ਦਾ ਉਹ ਖੋਹ ਲੈਂਦੇ ਹਨ ਅਤੇ ਉਸਨੂੰ ਬਹੁਤ ਕੁੱਟਦੇ ਹਨ। ਇੰਨੇ ਨੂੰ ਸੈਂਟੀਆਗੋ ਉਹਨਾਂ ਨੂੰ ਆਪਣੇ ਸੁਪਨੇ ਬਾਰੇ ਦੱਸ ਦਿੰਦਾ ਹੈ ਵੀ ਮੈਂ ਤਾਂ ਸਪੇਨ ਦਾ ਰਹਿਣ ਵਾਲਾ ਹਾਂ, ਮੈਨੂੰ ਇੱਕ ਸੁਪਨਾ ਆਇਆ ਕਿ ਪਿਰਾਮਿਡ ਦੇ ਕੋਲ ਖਜ਼ਾਨੇ ਹੈ ਅਤੇ ਮੈਂ ਇਸ ਕਰਕੇ ਇੱਥੇ ਆਇਆ ਹਾਂ। ਅਤੇ ਉਹ ਸਾਰੇ ਉਸ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਜਾਂਦੇ ਹਨ। ਉਹਨਾਂ ਵਿੱਚੋਂ ਇੱਕ ਜਣਾ ਕਹਿੰਦਾ ਹੈ, ਉਹ ਤੂੰ ਪਾਗਲ ਆ, ਇਹੋ ਜਿਹਾ ਸੁਪਨਾ ਤਾਂ ਮੈਨੂੰ ਵੀ ਆਉਂਦੇ ਨੇ ਕਿ ਸਪੇਨ ਦੇ ਇੱਕ ਟੁੱਟੇ ਜਿਹੇ ਚਰਚ ਦੇ ਵਿੱਚ ਜਿੱਥੇ ਅੰਜੀਰ ਦਾ ਦਰਖਤ ਹੈ ਉਸ ਦੇ ਨੀਚੇ ਭੇਡਾਂ ਵਾਲੇ ਸੌਂਦੇ ਹਨ ਅਤੇ ਉੱਥੇ ਖਜ਼ਾਨਾ ਹੈ। ਅਤੇ ਉਹ ਸਮਝਦੇ ਆ ਕਿ ਸੈਂਟੀਆਗੋ ਪਾਗਲ ਹੈ ਅਤੇ ਉਸਨੂੰ ਛੱਡ ਕੇ ਚਲੇ ਜਾਂਦੇ ਹਨ। ਸੈਂਟੀਆਗੋ ਇੱਕਦਮ ਬਹੁਤ ਖੁਸ਼ ਹੋ ਜਾਂਦਾ ਹੈ ਅਤੇ ਵਾਪਸ ਉਸੇ ਚਰਚ ਆਉਂਦਾ ਹੈ ਸਪੇਨ ਵਿੱਚ ਜਿੱਥੇ ਅਖੀਰ ਵਾਰ ਉਸਨੇ ਉਹ ਸੁਪਨਾ ਦੇਖਿਆ ਹੁੰਦਾ ਹੈ ਅਤੇ ਉਸੇ ਅੰਜੀਰ ਦੇ ਦਰਖਤ ਹੇਠਾਂ ਖੁਦਾਈ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਸੱਚੀ ਉਸਦਾ ਖਜ਼ਾਨਾ ਜਿਸ ਦੀ ਉਹ ਭਾਲ ਕਰਦਾ ਹੁੰਦਾ ਹੈ ਅਤੇ ਉਸਨੂੰ ਉਹ ਖਜ਼ਾਨਾ ਉਸ ਦਰਖਤ ਹੇਠਾਂ ਮਿਲ ਜਾਂਦਾ ਹੈ। ਅਗਲੇ ਦਿਨ ਸੈਂਟੀਆਗੋ ਉਸ ਬੁੱਢੀ ਔਰਤ ਨੂੰ ਮਿਲਣ ਜਾਂਦਾ ਹੈ ਅਤੇ ਵਾਅਦੇ ਮੁਤਾਬਕ ਉਹ ਆਪਣਾ ਖਜ਼ਾਨੇ ਦਾ 10% ਹਿੱਸਾ ਉਸ ਬੁੱਢੀ ਔਰਤ ਨੂੰ ਦੇ ਦਿੰਦਾ ਹੈ ਕਿਉਂਕਿ ਉਸ ਬੁੱਢੀ ਔਰਤ ਨੇ ਐਲਕੇਮਿਸਟ ਨੂੰ ਦੱਸਿਆ ਸੀ ਵੀ ਤੇਰਾ ਖਜ਼ਾਨਾ ਮਿਸਰ ਹੈ ਅਤੇ ਤੈਨੂੰ ਮਿਸਰ ਜਾਣਾ ਪਵੇਗਾ। ਇਸ ਤੋਂ ਬਾਅਦ ਐਲਕੇਮਿਸਟ ਫਾਤਿਮਾ ਕੋਲ ਜਾਂਦਾ ਹੈ ਅਤੇ ਉਸਨੂੰ ਮਿਲਦਾ ਹੈ ਅਤੇ ਬਾਅਦ ਵਿੱਚ ਦੋਨੇ ਜਣੇ ਵਿਆਹ ਕਰਾ ਲੈਂਦੇ ਹਨ ਅਤੇ ਖੁਸ਼ੀ ਰਹਿੰਦੇ ਹਨ। ਇਹ ਸੀ ਕਹਾਣੀ ਐਲਕੇਮਿਸਟ ਦੀ। ਇਸ ਕਿਤਾਬ ਤੋਂ ਜੋ ਗੱਲਾਂ ਅਸੀਂ ਸਿੱਖੀਆਂ ਸਨ ਉਹ ਇਸ ਤਰ੍ਹਾਂ ਹਨ। ਸਾਰਿਆਂ ਨੂੰ ਇਹ ਗੱਲ ਕਲੀਅਰ ਹੈ ਕਿ ਦੂਜਿਆਂ ਨੂੰ ਆਪਣੀ ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ, ਪਰ ਉਹਨਾਂ ਨੂੰ ਆਪਣੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ। ਸਾਰਿਆਂ ਦਾ ਫੋਕਸ ਦੂਸਰਿਆਂ ਉੱਤੇ ਹੁੰਦਾ ਹੈ ਕਿ ਇਸ ਨੂੰ ਇਸ ਤਰ੍ਹਾਂ ਜ਼ਿੰਦਗੀ ਜੀਣੀ ਚਾਹੀਦੀ ਹੈ, ਇਸ ਤਰ੍ਹਾਂ ਜੀਣੀ ਚਾਹੀਦੀ ਹੈ, ਜੋ ਕਿ ਇੱਕਦਮ ਗਲਤ ਹੈ। ਅਤੇ ਦੂਜੀ ਗੱਲ ਸਿੱਖਣ ਨੂੰ ਇਹ ਮਿਲਦੀ ਹੈ ਕਿ ਇੱਕ ਬੱਚਾ ਸਾਨੂੰ 3 ਚੀਜ਼ਾਂ ਸਿਖਾ ਸਕਦਾ ਹੈ। ਬਿਨਾਂ ਕਿਸੇ ਕਾਰਨ ਤੋਂ ਖੁਸ਼ ਹੋਣਾ, ਹਮੇਸ਼ਾ ਕੁਝ ਕਰਨ ਵਿੱਚ ਵਿਅਸਤ ਰਹਿਣਾ ਅਤੇ ਇਹ ਜਾਣਦਾ ਹੈ ਕਿ ਜੋ ਚੀਜ਼ ਉਹ ਚਾਹੁੰਦਾ ਹੈ ਉਸਨੂੰ ਪੂਰੀ ਤਾਕਤ ਨਾਲ ਕਿਵੇਂ ਪਾਉਣਾ ਹੈ। ਦੁਨੀਆ ਵਿੱਚ ਕੋਈ ਵੀ ਚੀਜ਼ ਪੂਰੀ ਤਰ੍ਹਾਂ ਗਲਤ ਨਹੀਂ ਹੁੰਦੀ, ਇੱਥੋਂ ਤੱਕ ਕਿ ਇੱਕ ਰੁਕੀ ਹੋਈ ਘੜੀ ਵੀ ਦਿਨ ਵਿੱਚ 2 ਵਾਰ ਸਹੀ ਹੁੰਦੀ ਹੈ। ਤਾਂ ਹਮੇਸ਼ਾ ਕਿਸੇ ਨੂੰ ਗਲਤ ਠਹਿਰਾਉਣ ਤੋਂ ਪਹਿਲਾਂ ਤੁਹਾਨੂੰ ਉਸ ਦੇ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਸਟੈਪ ਨੰਬਰ 4, ਤੁਸੀਂ ਉਹੀ ਹੋ ਜੋ ਤੁਸੀਂ ਹੋਣ ਵਿੱਚ ਯਕੀਨ ਰੱਖਦੇ ਹੋ। ਅਗਰ ਤੁਸੀਂ ਸੋਚਦੇ ਹੋ ਕਿ ਤੁਸੀਂ ਬਿਜ਼ਨਸਮੈਨ ਹੋ ਤਾਂ ਵਾਕਈ ਤੁਸੀਂ ਬਿਜ਼ਨਸਮੈਨ ਹੋ। ਸਾਡੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਸਾਡੇ ਨਾਲ ਹੋ ਰਹੀਆਂ ਚੀਜ਼ਾਂ ਉੱਤੇ
ਅਸੀਂ ਨਿਰੰਤਰ ਖੋਜਦੇ ਹਾਂ ਅਤੇ ਸਾਡੀ ਸਾਰੀ ਜ਼ਿੰਦਗੀ ਕਿਸਮਤ ਦੇ ਸਹਾਰੇ ਚੱਲਣ ਲੱਗ ਜਾਂਦੀ ਹੈ। ਫਿਰ ਲੋਕ ਪਰੇਸ਼ਾਨ ਰਹਿੰਦੇ ਹਨ ਅਤੇ ਸੋਚਦੇ ਹਨ ਕਿ ਸਾਡੀ ਕਿਸਮਤ ਖਰਾਬ ਹੈ, ਅਸੀਂ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ। ਛੇਵਾਂ ਸਟੈਪ, ਚੀਜ਼ਾਂ ਨੂੰ ਮਿਸ ਨਾ ਕਰੋ। ਲਰਨਿੰਗ ਕਰੋ, ਨਵੀਆਂ ਚੀਜ਼ਾਂ ਸਿੱਖੋ ਅਤੇ ਮੌਕੇ ਦੀ ਪਛਾਣ ਕਰਕੇ ਉਸਨੂੰ ਗ੍ਰੈਬ ਕਰੋ। 7ਵਾਂ ਸਟੈਪ ਇਹ ਹੈ ਕਿ ਆਪਣੇ ਸੁਪਨਿਆਂ ਨੂੰ ਕਦੇ ਵੀ ਮਰਨ ਨਾ ਦਿਓ। ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖੋ ਅਤੇ ਆਪਣੇ ਸੁਪਨਿਆਂ ਨੂੰ ਪਿਆਰ ਕਰੋ ਤਾਂ ਜੋ ਤੁਸੀਂ ਉਸ ਦੇ ਨੇੜੇ ਪਹੁੰਚ ਸਕੋ। 8ਵੇਂ ਸਟੈਪ ਤੱਕ ਚੱਲਦੇ ਹਾਂ ਕਿ ਰਿਸਕ ਲੈਣਾ ਬਹੁਤ ਜ਼ਰੂਰੀ ਹੈ। ਤੁਹਾਡਾ ਕੋਈ ਵੀ ਸੁਪਨਾ ਆ ਉਸ 'ਤੇ ਤੁਹਾਨੂੰ ਰਿਸਕ ਲੈਣਾ ਬਹੁਤ ਜ਼ਰੂਰੀ ਆ। ਅਤੇ ਸਭ ਤੋਂ ਜ਼ਰੂਰੀ ਸਟੈਪ ਲਾਸਟ ਵੀ ਫਸਟ ਸਟੈਪ ਚੱਕੋ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਫਸਟ ਸਟੈਪ ਜ਼ਰੂਰ ਚੱਕਣਾ ਚਾਹੀਦਾ ਹੈ। ਅਤੇ ਸਾਡੇ YouTube ਚੈਨਲ ਕ੍ਰੀਏਟਿਵ ਮਧੇਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਨਵੀਂ ਵੀਡੀਓ ਹੋਰ ਅਪਡੇਟ ਕਰਦੇ ਰਹੀਏ ਅਤੇ ਬੈਲ ਦੇ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਮੈਂ ਆਸ ਕਰਦਾ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੱਸੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਤੁਹਾਡੇ ਇਸ ਕੰਮ ਨਾਲ ਸਾਡੀ ਹੌਸਲਾ ਅਫਜ਼ਾਈ ਵੱਧਦੀ ਹੈ ਅਤੇ ਅਸੀਂ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਤੁਹਾਡੇ ਲਈ ਵਰਲਡ ਦੀਆਂ ਬੈਸਟ ਕਿਤਾਬਾਂ ਨੂੰ ਪੰਜਾਬੀ ਦੇ ਵਿੱਚ ਲੈ ਕੇ ਆਵਾਂਗੇ ਅਤੇ ਤੁਹਾਨੂੰ ਨਵਾਂ ਸਿਖਾਉਂਦੇ ਰਹਾਂਗੇ। ਧੰਨਵਾਦ।